ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 18ਵੀਂ ਤੇ ਪਦ 5ਵਾਂ ਵਿਚਾਰਨ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ ਉੱਤੇ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਨਹੀਂ ਹੈ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਸਮਝ ਸਕੇ। ਜਿੰਨੀ ਮਿਹਰ ਕਰਦੇ ਹਨ ਸਤਿਗੁਰੂ, ਓਨਾ ਪ੍ਰਾਣੀ ਵਿਚਾਰਦਾ ਹੈ, ਓਨਾ ਸੁਣਦਾ ਹੈ ਤੇ ਓਨਾ ਹੀ ਬੋਲਦਾ ਹੈ। ਪ੍ਰਾਣੀ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਹੀ ਉਹ ਜੋ ਕੁਝ ਕਰਦਾ ਹੈ, ਕਰ ਰਿਹਾ ਹੈ। ਗੁਰੂ ਪਿਆਰਿਓ, ਸੁਖਮਨੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਸਿੱਖ ਨੂੰ ਅਕਾਲ ਦੇ ਨਾਲ ਜੋੜਨ ਦੇ ਲਈ ਬਹੁਤ ਹੀ ਪਿਆਰੀ ਵਿਧੀ ਸਮਝਾਈ ਹੈ ਕਿ ਪ੍ਰਾਣੀ, ਤੇਰਾ ਕੁਝ ਵੀ ਨਹੀਂ ਲੱਗਦਾ, ਤੇਰਾ ਆਪਣਾ ਕੁਝ ਹੈ ਹੀ ਨਹੀਂ, ਸਰੀਰ ਵੀ ਤੇਰਾ ਨਹੀਂ, ਆਤਮਾ ਵੀ ਤੇਰੀ ਨਹੀਂ ਹੈ। ਤੂੰ ਸਮਰਪਣ ਕਰ ਦੇ ਜੋ ਕੁਝ ਵੀ ਤੇਰੇ ਪਾਸ ਹੈ। ਤੈਨੂੰ 24,000 ਸਵਾਸ 24 ਘੰਟਿਆਂ ਦੇ ਵਿੱਚ ਆਉਂਦੇ ਹਨ। ਦਿਨ ਰਾਤ ਵਿੱਚ ਤੂੰ ਸਵਾਸ ਉੱਤੇ ਆਪਣੇ ਪਿਆਰੇ ਪ੍ਰੀਤਮ ਦਾ ਨਾਂ ਲਿਖ ਲੈ। ਇੱਕ ਰੋਜ਼ ਨਾਮਚਾ ਜੀਵਨ ਬਣਾ ਲੈ। ਸਵਾਸ ਤੇਰੀ ਮਰਜ਼ੀ ਨਾਲ ਨਹੀਂ ਆਉਂਦੇ, ਨਾਮ ਤੇਰੀ ਮਰਜ਼ੀ ਨਾਲ ਨਹੀਂ ਉਚਾਰਿਆ ਜਾਣਾ। ਇਹ ਸਾਰਾ ਕੁਝ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਸੰਭਵ ਹੈ। ਤੇਰਾ ਇੱਕ ਕਦਮ ਤੁਰਨ ਦਾ ਨਿਰਣਾ, ਪ੍ਰਭੂ ਦੀ ਬਖਸ਼ਿਸ਼, ਦੋਨੇ ਹੀ ਮਿਲ ਕੇ ਤੈਨੂੰ ਮੋਕਸ਼ ਵੱਲ ਲੈ ਜਾਣਗੇ। ਤੂੰ ਅਮਰ ਹੋ ਜਾਵੇਗਾ। ਸੱਚੇ ਪਾਤਸ਼ਾਹ ਨੇ 24,000 ਅੱਖਰਾਂ ਦੀ ਵਰਤੋਂ ਕੀਤੀ ਹੈ ਸੁਖਮਨੀ ਸਾਹਿਬ ਦੇ ਵਿੱਚ। 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ। ਦੂਸਰੇ ਪਾਸੇ 24 ਘੰਟੇ ਦਿਨ ਤੇ ਰਾਤ ਨੂੰ ਮਿਲਾ ਕੇ ਬਣਦੇ ਹਨ। 24 ਘੰਟਿਆਂ ਦੇ ਵਿੱਚ 24,000 ਸਵਾਸ, 1 ਘੰਟੇ ਦੇ ਵਿੱਚ 1,000। ਪ੍ਰੀਤਮ ਪਿਆਰੇ ਨੇ ਦੋਨਾਂ ਦਾ ਸੁਮੇਲ ਕਰਨ ਦਾ ਯਤਨ ਕੀਤਾ ਹੈ, ਮਿਹਰ ਕੀਤੀ ਹੈ ਕਿ ਭੁੱਲਿਆ ਹੋਇਆ ਪ੍ਰਾਣੀ ਅਪਣਾ ਲਵੇ ਬਾਣੀ ਨੂੰ। ਸਵਾਸ ਰੱਟ ਲਵੇ ਤੇ ਬਗਾਨਿਆਂ ਨੂੰ ਛੱਡ ਕੇ ਆਪਣਿਆਂ ਦਾ ਬਣ ਜਾਵੇ, ਆਪਣੇ ਦਾ ਬਣ ਜਾਵੇ। ਗੁਰੂ ਪਿਆਰਿਓ, 3 ਪ੍ਰਮੁੱਖ ਵਿਸ਼ੇ ਹਨ ਸੁਖਮਨੀ ਸਾਹਿਬ ਦੇ ਵਿੱਚ। ਪਹਿਲਾ, ਪ੍ਰਭੂ ਦੀ ਉਸਤਤ, ਸੱਚੇ ਪਾਤਸ਼ਾਹ ਦੀ ਤਰਜਮਾਨੀ ਵਿਰਾਟ ਰੂਪ ਦੀ। ਉਹ ਕਿੰਨਾ ਵੱਡਾ ਹੈ, ਦੁਨੀਆ ਦੀ ਕੋਈ ਵੀ ਭਾਸ਼ਾ, ਦੁਨੀਆ ਦੇ ਕੋਈ ਵੀ ਅੱਖਰ ਵਰਣਨ ਨਹੀਂ ਕਰ ਸਕਦੇ। ਗਿਣਤੀ ਮਿਣਤੀ ਤੋਂ ਬਾਹਰ ਹੈ। ਦੂਸਰਾ, ਜੋ ਉਹਨੂੰ ਧਿਆਉਂਦੇ ਹਨ, ਉਹਦੀ ਮਿਹਰ ਨਾਲ ਉਹਨੂੰ ਪਾਉਂਦੇ ਹਨ, ਉਹ ਸਦੀਵੀ ਬਣ ਜਾਂਦੇ ਹਨ। ਹਮੇਸ਼ਾ ਦੇ ਲਈ ਉਹਦਾ ਰੂਪ ਬਣ ਕੇ ਦੂਸਰਿਆਂ ਦੀ ਸੇਵਾ ਕਰਦੇ ਹਨ। ਸੱਚੇ ਪਾਤਸ਼ਾਹ ਨੇ ਉਹਨਾਂ ਦੀ ਉਸਤਤ ਬਹੁਤ ਹੀ ਕੀਤੀ ਹੈ, ਉਭਾਰਿਆ ਹੈ ਪਿਆਰਿਆਂ ਨੂੰ। ਤੀਸਰਾ,
ਜਿਹੜੇ ਨਿੰਦਕ ਹਨ, ਦੋਖੀ ਹਨ ਸੰਤਾਂ ਦੇ, ਮਹਾਂਪੁਰਸ਼ਾਂ ਉੱਤੇ ਨਿੰਦਿਆ ਚੁਗਲੀ ਦੀਆਂ ਟਿੱਪਣੀਆਂ ਕਰਦੇ ਹਨ, ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਦਰਕਾਰਿਆ ਹੈ, ਉਹਨਾਂ ਵੱਲ ਪਿੱਠ ਕੀਤੀ ਹੈ ਅਤੇ ਉਹਨਾਂ ਨੂੰ ਜਿਹੜੇ ਅਸਥਾਨ ਦੇ ਉਹ ਲਾਇਕ ਹਨ ਉੱਥੇ ਹੀ ਬਿਠਾਇਆ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 5ਵੇਂ ਪਦ ਦੇ ਵਿੱਚ ਸੱਚੇ ਪਾਤਸ਼ਾਹ ਦੀ ਉਸਤਤ ਕੀਤੀ ਹੈ, ਪ੍ਰਸ਼ੰਸਾ ਕੀਤੀ ਹੈ ਕਿ ਮੇਰੀ ਇੱਕ ਜੀਭ ਹੈ, ਤੇਰੀਆਂ ਉਸਤਤਾਂ, ਤੇਰੀਆਂ ਸਿਫਤਾਂ ਬੇਸ਼ੁਮਾਰ ਹਨ। ਮੈਂ ਕਿਸ ਤਰ੍ਹਾਂ ਤੈਨੂੰ ਵਰਣਨ ਕਰ ਸਕਦਾ ਹਾਂ। ਮੇਰੇ ਪ੍ਰੀਤਮ ਪਿਆਰੇ, ਤੂੰ ਸੱਚਾ ਹੈ, ਸੱਚਾ ਪੁਰਖ ਹੈ, ਮੇਰਾ ਪਿਤਾ ਹੈ, ਮੇਰਾ ਕ੍ਰੀਏਟਰ ਹੈ, ਔਰ ਤੂੰ ਅਕਲ ਵਾਲਾ ਹੈ। ਦੁਨੀਆ ਦੀ ਪੂਰੀ ਅਕਲ ਦਾ ਤੂੰ ਮਾਲਕ ਹੈ। ਤੇਰੇ ਨਾਲੋਂ ਜ਼ਿਆਦਾ ਕਿਸੇ ਨੂੰ ਵੀ ਅਕਲ ਨਹੀਂ ਹੈ। ਜੀਵਾ ਏਕ ਉਸਤਤ ਅਨੇਕ, ਸਤਪੁਰਖ ਪੂਰਨ ਬਾਬੇਕ। ਇੱਕ ਦੂ ਜੀਵੋ ਲੱਖ ਹੋਏ, ਲੱਖ ਹੋਏ ਲੱਖ 20, ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼। ਪਹਿਲੇ ਜਾਮੇ ਦੇ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਜੀ ਇਸੇ ਤਰ੍ਹਾਂ ਹੀ ਪ੍ਰਭੂ ਦੀ ਉਸਤਤ ਕਰ ਰਹੇ ਹਨ ਕਿ ਬੇਸ਼ੱਕ ਲੱਖਾਂ ਜੀਵਾਂ ਹੋ ਜਾਣ, ਫਿਰ ਵੀ ਤੈਨੂੰ ਸਲਾਹਿਆ ਨਹੀਂ ਜਾ ਸਕਦਾ। ਤੂੰ ਸਲਾਹੁਣ ਤੋਂ ਬਾਹਰ ਹੈ। ਇੱਕ ਛੋਟਾ ਜਿਹਾ ਜੀਵ ਇਨਸਾਨ ਤੇਰਾ ਵਰਣਨ ਕਿਵੇਂ ਕਰ ਸਕਦਾ ਹੈ? ਇੰਨੀ ਅਕਲ ਹੀ ਨਹੀਂ ਹੈ, ਇੰਨੀ ਸਿਆਣਪ ਨਹੀਂ ਹੈ, ਇੰਨੇ ਅਲਫਾਜ਼ ਨਹੀਂ ਹਨ। ਮੇਰੇ ਵਾਹਿਗੁਰੂ, ਮੇਰੇ ਪਰਮੇਸ਼ਰ, ਇੱਕ ਜੀਵ ਦੇ ਨਾਲ ਕਿਸ ਤਰ੍ਹਾਂ ਤੇਰੀ ਸਿਫਤ ਸਲਾਹ ਕਰਾਂ। ਸੱਚਾਈ, ਸੱਤ, ਸੰਤੋਖ, ਪੂਰੇ ਦਾ ਪੂਰਾ, ਅਕਲ ਕਲਾ ਭਰਪੂਰ ਤੂੰ ਸੁਆਮੀ ਹੈ। ਤੇਰੀ ਪੂਰੀ ਪ੍ਰਵੀਨਤਾ ਠਾਠਾ ਮਾਰਦੀ ਹੈ। ਤੇਰੀ ਅਕਲ ਮਹਾਨ ਹੈ। ਤੂੰ ਸੱਚਾ ਸਾਹਿਬ ਹੈ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗੰਮ ਗੋਚਰ ਪ੍ਰਭ ਨਰਵਾਣੀ। ਤੇਰੇ ਬੋਲ ਇਨਸਾਨ ਤੇਰੇ ਆਪਣੇ ਬਣਾਏ ਹੋਏ ਹਨ। ਜਿੰਨੀਆਂ ਦੁਨੀਆ ਦੀਆਂ ਤਮਾਮ ਭਾਸ਼ਾਵਾਂ ਹਨ, ਜਿੰਨੀਆਂ ਲਿਪੀਆਂ ਹਨ, ਜਿੰਨੀਆਂ ਬੋਲੀਆਂ ਹਨ, ਸਾਰੀਆਂ ਦੀਆਂ ਸਾਰੀਆਂ ਇਨਸਾਨ ਨੇ ਬਣਾਈਆਂ ਹਨ, ਖੋਜੀਆਂ ਹਨ ਆਪਣੇ ਜੀਵਨ ਨੂੰ ਚਲਾਉਣ ਦੇ ਲਈ। ਕੋਈ ਵੀ ਬੋਲੀ ਇੰਨੀ ਵੱਡੀ ਨਹੀਂ ਹੈ, ਇੰਨੀ ਸਾਫ ਸੁਥਰੀ ਨਹੀਂ ਹੈ ਜਿਹੜੀ ਪ੍ਰੀਤਮ ਤੱਕ ਪਹੁੰਚ ਸਕੇ। ਕੋਈ ਵੀ ਬੋਲ ਜਿੰਨੇ ਮਰਜ਼ੀ ਉੱਚੇ ਬੋਲੇ ਜਾਣ, ਸੱਚੇ ਪਾਤਸ਼ਾਹ ਤੱਕ ਨਹੀਂ ਪਹੁੰਚਦੇ। ਇਹ ਬੋਲੀ ਚੱਲਦੀ ਹੀ ਨਹੀਂ। ਮਨ ਦੀ ਭਾਸ਼ਾ ਪ੍ਰੀਤਮ ਤੱਕ ਪਹੁੰਚਦੀ ਹੈ। ਮਨ ਦੀਆਂ ਤਰੰਗਾਂ, ਮਨ ਦੀਆਂ ਅਬੰਗਾਂ, ਮਨ ਦੇ ਚਾਅ
ਪ੍ਰੀਤਮ ਤੱਕ ਭਲੀ ਭਾਂਤ ਪਹੁੰਚਦੇ ਹਨ। ਕੋਈ ਵੀ ਬੋਲ ਅਸਮਰਥ ਹੈ, ਪ੍ਰਭੂ ਤੱਕ ਨਹੀਂ ਪਹੁੰਚ ਸਕਦਾ, ਕਿਉਂਕਿ ਸੁਆਮੀ ਪਹੁੰਚ ਤੋਂ ਪਰੇ ਹੈ, ਸੋਚ ਸਮਝ ਤੋਂ ਅਚੇਰਾ ਹੈ ਤੇ ਪਵਿੱਤਰ ਹੈ, ਪਾਵਨ ਹੈ। ਕੌਣ ਹਾਕ ਮਾਰ ਸਕਦਾ ਹੈ ਪਰਮੇਸ਼ਰ ਨੂੰ? ਕੌਣ ਉਂਗਲੀ ਰੱਖ ਸਕਦਾ ਹੈ ਉਹਦੇ ਠਿਕਾਣੇ ਉੱਤੇ? ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ। ਨਿਰਾਹਾਰ ਭੋਜਨ ਦੀ ਲੋੜ ਨਹੀਂ ਹੈ, ਉਹਨੂੰ ਸਰੀਰ ਨੂੰ ਚਲਾਉਣ ਦੇ ਲਈ ਕਿਸੇ ਤਰ੍ਹਾਂ ਦੀ ਖੁਰਾਕ ਦੀ ਆਵਸ਼ਕਤਾ ਨਹੀਂ ਹੈ, ਕਿਉਂਕਿ ਉਹਦਾ ਸਰੀਰ ਹੈ ਹੀ ਨਹੀਂ। ਉਹ ਬੇਅੰਤ ਸਰੀਰ ਬਣਾਉਣ ਦੇ ਸਮਰੱਥ ਹੈ। ਉਹਦੀਆਂ ਅੱਖਾਂ, ਉਹਦੇ ਕੰਨ, ਉਹਨੂੰ ਤੁਰਨ ਲਈ ਲੱਤਾਂ ਦੀ ਕੋਈ ਲੋੜ ਨਹੀਂ ਹੈ। ਉਹ ਹਰ ਥਾਂ ਦੇ ਉੱਤੇ ਹੈ, ਇੱਕੋ ਸਮੇਂ ਦੇ ਵਿੱਚ ਹਰ ਥਾਂ ਉੱਤੇ ਪਰਮੇਸ਼ਰ ਬਿਰਾਜਮਾਨ ਹੈ। ਉਹਨੂੰ ਜਾਣ ਦੀ ਲੋੜ ਹੀ ਨਹੀਂ ਪੈਂਦੀ। ਹਰ ਸਮੇਂ, ਹਰ ਵੇਲੇ, ਹਰ ਥਾਂ ਉੱਤੇ ਮੌਜੂਦ ਹੈ। ਬੈਰ ਉਹਦਾ ਕਿਸੇ ਨਾਲ ਨਹੀਂ ਹੈ, ਉਹਦੇ ਬਰਾਬਰ ਦਾ ਵੀ ਕੋਈ ਨਹੀਂ। ਸਿਰਫ ਤੇ ਸਿਰਫ ਉਹ ਵੰਡਦਾ ਹੈ, ਸੁੱਖ ਹੀ ਦਿੰਦਾ ਹੈ। ਆਰਾਮ ਦੇਣ ਵਾਲਾ ਦਾਤਾ, ਸੁੱਖਾਂ ਦਾ ਦਾਈ, ਹਮੇਸ਼ਾ ਗਿਵਰ ਹੈ। ਉਹਦਾ ਕਿਸੇ ਨੇ ਮੁੱਲ ਨਹੀਂ ਪਾਇਆ, ਪਾ ਹੀ ਨਹੀਂ ਸਕਦਾ। ਕੌਣ ਪਾਵੇਗਾ ਮੁੱਲ? ਉਹਦਾ ਬਣਾਇਆ ਹੋਇਆ ਇਨਸਾਨ, ਉਹਦਾ ਬਣਾਇਆ ਹੋਇਆ ਮਿਸਟਰ ਹਿਊਮਨ ਬੀਇੰਗ ਕਿਸ ਤਰ੍ਹਾਂ ਪਾਵੇਗਾ ਮੁੱਲ? ਕੌਣ ਕਰੇਗਾ ਅਪਰੇਜ਼ਲ ਪਰਮਾਤਮਾ ਦੀ? ਕਿਹੜਾ ਤਰੀਕਾ ਵਰਤੇਗਾ? ਉਹਦੇ ਵਰਗਾ ਕੋਈ ਹੋਰ ਬਰਾਬਰ? ਮੁੱਲ ਤਦ ਪੈਂਦਾ ਹੈ ਜਦ ਕੋਈ ਮੁਕਾਬਲੇ ਵਿੱਚ ਹੋਵੇ, ਜਾਂ ਉਹ ਬਹੁਤ ਸਾਰੀ ਇਨਕਮ ਪ੍ਰੋਡਿਊਸ ਕਰਦਾ ਹੋਵੇ। ਇੱਕ ਦੇਣ ਵਾਲਾ ਹਮੇਸ਼ਾ ਹੀ ਬਿਨਾਂ ਕਿਸੇ ਕੰਡੀਸ਼ਨ ਤੋਂ, ਬਿਨਾਂ ਕਿਸੇ ਪੈਸੇ ਧੇਲੇ ਤੋਂ ਪਰਮਾਤਮਾ ਬਖਸ਼ਿਸ਼ ਕਰਨ ਵਾਲਾ। ਸ਼ਰੀਕ ਉਹਦਾ ਕੋਈ ਹੈ ਨਹੀਂ, ਆਕਾਰ ਉਹਦਾ ਕੋਈ ਨਹੀਂ, ਰੂਪ ਰੰਗ ਉਹਦਾ ਕੋਈ ਨਹੀਂ। ਕੌਣ ਪਾਵੇਗਾ ਉਹਦਾ ਮੁੱਲ? ਉਹਦਾ ਬਣਾਇਆ ਹੋਇਆ ਇਨਸਾਨ ਅਸਮਰਥ ਹੈ, ਉਹਨੂੰ ਪਤਾ ਹੀ ਨਹੀਂ ਹੈ। ਮੁੱਲ ਸ਼ਬਦ ਇਨਸਾਨ ਦਾ ਘੜਿਆ ਹੋਇਆ ਹੈ। ਉਹ ਇਸ ਦੁਨੀਆ ਵਿੱਚ ਕਿਸੇ ਦਾ ਵੀ ਮੁੱਲ ਪਾ ਸਕਦਾ ਹੈ, ਪਰ ਪ੍ਰਭੂ ਉਹਦੀਆਂ ਹੱਦਾਂ ਤੋਂ, ਉਹਦੀਆਂ ਮੇਜ਼ਰਮੈਂਟਸ ਤੋਂ ਦੂਰ ਹੈ। ਕਿਸੇ ਨੇ ਅੱਜ ਤੱਕ ਪ੍ਰਭੂ ਦਾ ਮੁੱਲ ਨਹੀਂ ਪਾਇਆ ਤੇ ਨਾ ਹੀ ਪਾ ਸਕਦਾ ਹੈ। ਅਨੇਕ ਭਗਤ ਬੰਧਨ ਨਿਤ ਕਰੇ, ਚਰਨ ਕਮਲ ਹਿਰਦੈ ਸਿਮਰੈ। ਬੇਸ਼ੁਮਾਰ ਭਗਤ, ਉਹਦੇ ਪਿਆਰੇ, ਜਿਨ੍ਹਾਂ ਨੂੰ ਜਨ ਦਾਸ ਸੰਤਨ ਕਹਿ ਕੇ ਸੱਚੇ ਪਾਤਸ਼ਾਹ ਪੁਕਾਰਦੇ ਹਨ, ਬੇਅੰਤ ਹਨ, ਜਿਹੜੇ ਹਮੇਸ਼ਾ ਹੀ ਆਪਣੀ ਆਤਮਾ ਨੂੰ ਉਹਦੇ ਵਿੱਚ ਸਮੋਈ ਰੱਖਦੇ ਹਨ, ਦੰਡਵਤ ਪ੍ਰਣਾਮ ਕਰਦੇ ਹਨ, ਝੁਕ ਜਾਂਦੇ ਹਨ,
ਚਰਨ ਸਪਰਸ਼ ਕਰਦੇ ਹਨ। ਹਰ ਵੇਲੇ ਉਹਦੇ ਆਗਿਆਕਾਰ ਉਹਨੂੰ ਨਮਸਕਾਰ ਕਰਦੇ ਹਨ। ਆਪਣੇ ਹਿਰਦੇ ਦੇ ਵਿੱਚ ਉਹਨੂੰ ਧਿਆਈ ਜਾਂਦੇ ਹਨ। ਉਹਦੀ ਆਰਾਧਨਾ ਉੱਤੇ ਜੀਂਦੇ ਹਨ। ਉਹਦੀ ਸਾਧਨਾ ਉੱਤੇ ਪ੍ਰਸੰਨ ਹੁੰਦੇ ਹਨ। ਉਹਦੇ ਪੈਰ ਹੀ ਚੁੰਮੀ ਜਾਂਦੇ ਹਨ। ਚਰਨ ਕਮਲ ਹਿਰਦੇ ਸਿਮਰੈ। ਉਹਦੇ ਪੈਰਾਂ ਨੂੰ ਹਮੇਸ਼ਾ ਆਪਣਾ ਸਿਰ ਉੱਤੇ ਰੱਖ ਕੇ ਦਿਲ ਦੇ ਵਿੱਚ ਆਰਾਧਨਾ ਕਰੀ ਜਾਂਦੇ ਹਨ, ਤਾਂ ਕਿ ਦਾਤਾ ਪ੍ਰਸੰਨ ਹੋ ਜਾਵੇ, ਉਹਦੀ ਮਿਹਰ ਹੋ ਜਾਵੇ। ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਨਾਨਕ ਹਮੇਸ਼ਾ ਹੀ ਉਹਨਾਂ ਲੋਕਾਂ ਉੱਤੇ ਕੁਰਬਾਨ ਹੁੰਦਾ ਹੈ ਜਿਹੜੇ ਸੱਚੇ ਪਾਤਸ਼ਾਹ ਨੂੰ ਸਿਮਰਦੇ ਹਨ। ਸਦ ਬਲਿਹਾਰੀ ਸਤਿਗੁਰ ਆਪਣੇ, ਮੈਂ ਹਮੇਸ਼ਾ ਹੀ ਗੁਰਾਂ ਉੱਤੋਂ ਸਦਕੇ ਜਾਂਦਾ ਹਾਂ, ਆਪਣੇ ਆਪ ਨੂੰ ਵਾਰਦਾ ਹਾਂ। ਨਾਨਕ ਜਿਸ ਪ੍ਰਸਾਦ ਜਿਹਦੀ ਕਿਰਪਾ ਨਾਲ, ਜਿਹਦੀ ਦਇਆ ਨਾਲ, ਜਿਹਦੀ ਬਖਸ਼ਿਸ਼ ਨਾਲ ਐਸਾ ਪ੍ਰਭ ਜਪਨੇ। ਇਸ ਸੁਆਮੀ ਨੂੰ ਸਿਮਰਨ ਦਾ ਜਿਹਨੇ ਮੈਨੂੰ ਮਨ ਸਮਝਾਇਆ ਹੈ, ਕਿਰਪਾ ਕੀਤੀ ਹੈ, ਮੈਂ ਉਸ ਗੁਰੂ ਤੇ ਸਤ ਬਲਿਹਾਰੀ ਜਾਂਦਾ ਹਾਂ। ਹਮੇਸ਼ਾ ਹੀ ਘੋਲ ਘਮਾਉਂਦਾ ਹਾਂ ਉਸ ਸਤਿਗੁਰੂ ਅੱਗੇ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਆਪਾਂ ਅੰਗਰੇਜ਼ੀ ਦੇ ਵਿੱਚ ਇੱਕ ਵਾਰੀ ਵਿਚਾਰ ਕਰ ਲਈਏ। ਜੀਵਾ ਏਕ ਉਸਤਤ ਅਨੇਕ, ਟੰਗ is only one, but manifold are God's praises. Too many merits, too many qualifications Lord have. I have only one tongue. Impossible to praise him. Satpurkh Puran Babek. He is the true Lord of perfect discrimination. Kahu bol na pahuchat prani. Through no speech can mortal reach the Master. Agam agochar prabh nirmani. The Lord is inaccessible, incomprehensible, and immaculate. Nirahar Narvair Sukhdai. He needs no food. He is without enmity and the peace giver. ताकि कीमत किने ना पाई. Nobody can set the price. Nobody knows his birth. No one have ascertained. Anak Bhagat Bandhan Nit Kare. Many devotees ever make meditation unto him. They are all obedient. Always bow their head to him. Their dedication is great. They always worship him. Charan Kamal Hirday Simre. On his lotus feet they meditate in their heart. Sad Balhari Satgur Apne. Nanak is ever devoted
unto his true Guru. नानक जिस प्रसाद ऐसा प्रभ जपने, by whose grace he meditates upon the name of such Lord. He is graceful, and I can give myself to him. ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ ਕਿ ਤੂੰ ਮਹਾਨ ਹੈ ਪ੍ਰੀਤਮ ਪਿਆਰੇ। ਮੈਂ ਵਿਚਾਰਾ ਤੇਰੀ ਸਿਫਤ ਕਰ ਹੀ ਨਹੀਂ ਸਕਦਾ। ਕਿਸ ਤਰ੍ਹਾਂ ਕਰਾਂ ਤੇਰੀ ਸਿਫਤ? ਤੂੰ ਬਾਹਰ ਹੈ, ਤੂੰ ਪ੍ਰਸ਼ੰਸਾ ਤੋਂ ਬਾਹਰ ਹੈ। ਮੇਰੇ ਪਿਆਰੇ, ਤੇਰੀ ਦਿੱਤੀ ਹੋਈ ਗਰੀਬੀ ਕਰਕੇ, ਮਿਹਰ ਕਰਕੇ ਦਾਸ ਕੋਸ਼ਿਸ਼ ਕਰਦਾ ਹੈ, ਪਰ ਤੂੰ ਇੰਨਾ ਮਹਾਨ ਹੈ, ਤੇਰੀ ਕਿਸ ਤਰ੍ਹਾਂ ਮੈਂ ਮਹਿਮਾ ਗਾਇਨ ਕਰ ਸਕਦਾ ਹਾਂ, ਤੇਰਾ ਗੀਤ ਕਿਸ ਤਰ੍ਹਾਂ ਗਾ ਸਕਦਾ ਹਾਂ। ਤੇਰਾ ਪਵਿੱਤਰ, ਤੇਰਾ ਹੋਲੀ ਗੀਤ ਗਾਉਣ ਦੀ ਜਾਂਚ ਵੀ ਤੈਨੂੰ ਹੀ ਪਤਾ ਹੈ, ਕਿਉਂਕਿ ਤੂੰ ਸੱਚਾ ਹੈ, ਪੂਰਨ ਹੈ, ਪੂਰਨ ਪਰਫੈਕਟ ਪੁਰਖ ਹੈ। ਤੇਰੇ ਬਰਾਬਰ ਕੋਈ ਹੋਰ ਹੈ ਹੀ ਨਹੀਂ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਮੇਰੇ ਬੋਲੇ ਹੋਏ ਬੋਲ ਦਾਤਾ ਤੇਰੇ ਤੱਕ ਕਿਸ ਤਰ੍ਹਾਂ ਪਹੁੰਚ ਸਕਦੇ ਹਨ। ਬੇਸ਼ੁਮਾਰ ਮੇਰ ਬੋਲੀ ਜਾਵਾਂ, ਪਰ ਫਿਰ ਵੀ ਤੇਰੇ ਤੱਕ ਨਹੀਂ ਪਹੁੰਚ ਸਕਦਾ। ਮੈਂ ਬਹੁਤ ਛੋਟਾ ਹਾਂ, ਤੂੰ ਬਹੁਤ ਵੱਡਾ ਹੈ। ਤੂੰ ਹਮੇਸ਼ਾ ਰਹਿਣ ਵਾਲਾ ਹੈ। ਮੇਰੀ ਸੋਚ ਛੋਟੀ ਹੈ, ਮੇਰੀ ਸਮਝ ਤੋਂ ਬਾਹਰ ਹੈ। ਤੂੰ ਪਵਿੱਤਰ ਹੈ, ਡਿਵਾਈਨ ਹੈ, ਹੋਲੀ ਹੈ। ਸੱਚੇ ਪਾਤਸ਼ਾਹ ਤੇਰੀ ਮਿਹਰ ਨਾਲ ਮੈਨੂੰ ਜਾਂਚ ਆ ਸਕਦੀ ਹੈ। ਤੇਰੀ ਕਿਰਪਾ ਦੇ ਨਾਲ ਹੀ ਤੈਨੂੰ ਮੈਂ ਧਿਆ ਸਕਦਾ ਹਾਂ। ਤੂੰ ਨਿਰਾਹਾਰ ਹੈ, ਤੈਨੂੰ ਭੋਜਨ ਦੀ ਲੋੜ ਨਹੀਂ ਹੈ। ਤੂੰ ਦੂਸਰਿਆਂ ਨੂੰ ਐਨਰਜੀ ਦਿੰਦਾ ਹੈ, ਤੇਜ ਦਿੰਦਾ ਹੈ, ਜੀਵਨ ਦਿੰਦਾ ਹੈ, ਪਰ ਤੈਨੂੰ ਕਿਸੇ ਐਨਰਜੀ ਦੀ ਲੋੜ ਨਹੀਂ ਹੈ। ਤੂੰ ਸਰੀਰ ਰਹਿਤ ਹੈ। You are bodiless, you are timeless. With your grace, I can feel you, but I cannot see you. I don't have no eyes. I don't have no ears which can communicate with you. I have no vocabulary even which can reach you. I am 100% depend on you, my Lord. You are forever. I am here for little time. On your grace, you give me the body, you give me the soul, you establish me on this planet, you give me the family, but they are all strangers. You are only one mind. How I can dare to go away from you? Now I have to put myself in your feet, day and night recite you. Please accept me. I am yours forever.
Nobody can tell your price. You are priceless. How somebody can establish your price? You are priceless. Only my heart knows your value. You are my life. I am down to earth in your feet. You accept me and guide me how to recite you, how to meditate upon you. You are giver always. You never take anything from anybody. Always keep giving. In a return, you don't take anything. Nobody pays you anything. And you make your beloved one full. And then they start filling the others. Same like you, they become. They are ਮਿੱਠ ਬੋਲੜੇ, ਸਬਰ ਸੰਤੋਖ ਵਾਲੇ ਤੇਰੇ ਪਿਆਰੇ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਪ੍ਰੀਤਮ ਪਿਆਰੇ ਦੀ ਮਹਿਮਾ ਇੰਨੀ ਕੀਤੀ ਹੈ ਕਿ ਜਿਹੜੇ ਉਹਨੂੰ ਧਿਆਉਂਦੇ ਹਨ ਉਹਦਾ ਹੀ ਰੂਪ ਬਣ ਜਾਂਦੇ ਹਨ। ਉਹਨਾਂ ਨੂੰ ਸਤਿਕਾਰਨਾ, ਉਹਨਾਂ ਨੂੰ ਪਿਆਰ ਕਰਨਾ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਪ੍ਰੀਤਮ ਪ੍ਰਭੂ ਨੂੰ ਧਿਆਉਣਾ। ਉਹਨਾਂ ਦੀ ਬਖਸ਼ਿਸ਼ ਨਾਲ, ਉਹਨਾਂ ਪ੍ਰੇਮੀ ਰੂਹਾਂ ਦੇ ਪ੍ਰਤਾਪ ਦੇ ਨਾਲ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ, ਕਿਉਂਕਿ ਉਹਨਾਂ ਨੇ ਉਹਦਾ ਮਨ ਜਿੱਤ ਲਿਆ ਹੈ। ਦਿਨ ਰਾਤ ਇੱਕ ਕਰਕੇ ਪ੍ਰਭੂ ਟੁੱਟ ਗਿਆ ਉਹਨਾਂ ਉੱਤੇ। ਜੇ ਉਹ ਮਿਲ ਜਾਣ ਤਾਂ ਉਹਨਾਂ ਦੇ ਚਰਨ ਧੋ ਕੇ ਪੀਵਾਂ। ਬੇਸ਼ੁਮਾਰ ਭਗਤ ਦਿਨ ਰਾਤ ਤੇਰਾ ਨਾਂ ਲੈ ਰਹੇ ਹਨ, ਤੈਨੂੰ ਧਿਆ ਰਹੇ ਹਨ। ਇੱਕੋ ਇੱਕ ਸੱਤ ਪੁਰਖ ਚਾਰੇ ਪਾਸੇ ਹਰ ਥਾਂ ਮੌਜੂਦ ਹੈ। ਭੁੱਲੇ ਹੋਏ ਨੂੰ ਬਖਸ਼ ਲੈ ਦਾਤਾ, ਮੈਂ ਤੇਰੇ ਉੱਤੇ ਬਲਿਹਾਰੇ ਜਾਵਾਂ। ਤੂੰ ਸੱਚਾ ਹੈ, ਤੇਰੇ ਉੱਤੇ ਸਦਕੇ ਜਾਵਾਂ। ਤੇਰੀ ਕਿਰਪਾ ਦੇ ਨਾਲ ਹੀ, ਤੇਰੀ ਮਿਹਰ ਨਾਲ ਹੀ ਮੈਂ ਇਸ ਤਰ੍ਹਾਂ ਦੇ ਮਹਾਨ ਸਵਾਮੀ ਦਾ ਨਾਮ ਸਿਮਰਨ ਕਰ ਸਕਾਂ, ਆਰਾਧਨਾ ਕਰ ਸਕਾਂ, ਉਹਨੂੰ ਧਿਆ ਸਕਾਂ, ਉਹਦੀ ਮਿਹਰ ਨਾਲ ਉਹਦਾ ਬਣ ਸਕਾਂ। ਮੈਂ ਬਹੁਤ ਛੋਟਾ ਹਾਂ, ਮੇਰੇ ਵਿੱਚ ਉਹਨੂੰ ਪਾਉਣ ਦੀ ਹਿੰਮਤ ਨਹੀਂ ਹੈ। ਉਹ ਵੱਡਾ ਹੈ, ਉਹਦੀ ਮਿਹਰ ਨਾਲ ਹੀ ਉਹਨੇ ਮੈਨੂੰ ਆਪਣਾ ਬਣਾਉਣਾ ਹੈ। ਗੁਰੂ ਪਿਆਰਿਓ, ਜਿੰਨੇ ਵੀ ਦੁਨੀਆ ਦੇ ਵਿੱਚ ਭਗਤ ਹੋਏ ਹਨ, ਉਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਉਹਨਾਂ ਨੇ ਆਪਣੇ ਯਤਨਾਂ ਦੇ ਨਾਲ ਉਹਨੂੰ ਪਾ ਲਿਆ। ਹਮੇਸ਼ਾ ਹੀ ਉਹਦੀ ਕਿਰਪਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਪ੍ਰਸਾਦ, ਹਮੇਸ਼ਾ ਹੀ ਗੁਰਪ੍ਰਸਾਦ ਤੇਰੀ ਕਿਰਪਾ ਨਾਲ, ਤੇਰੀ ਕਿਰਪਾ ਨਾਲ ਹੀ ਤੈਨੂੰ ਜਪਿਆ ਜਾ ਸਕਦਾ ਹੈ। ਤੇਰੀ ਕਿਰਪਾ ਤੋਂ ਬਿਨਾਂ ਤੈਨੂੰ ਧਿਆਇਆ ਹੀ ਨਹੀਂ ਜਾ ਸਕਦਾ। ਜਿਵੇਂ ਮੂਲ ਮੰਤਰ ਦੇ ਵਿੱਚ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ
ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਗੁਰ ਪ੍ਰਸਾਦ ਜਪ ਗੁਰੂ ਦੀ ਕਿਰਪਾ ਦੇ ਨਾਲ ਹੀ ਉਹਨੂੰ ਜਪਿਆ ਜਾ ਸਕਦਾ ਹੈ। ਜੇ ਗੁਰੂ ਦੀ ਪਿੱਠ ਹੋਵੇ ਤਾਂ ਇਹ ਮਿਹਰ ਨਹੀਂ ਹੋ ਸਕਦੀ। ਹਮੇਸ਼ਾ ਹੀ ਤੂੰ ਸੁਆਮੀ ਅੰਮ੍ਰਿਤ ਦਾ ਮੀਂਹ ਪਾਉਂਦਾ ਹੈ। ਵਰਖਾ ਹੁੰਦੀ ਹੈ ਨੈਕਟਰ ਦੀ, ਹਰ ਕਿਸੇ ਉੱਤੇ ਹੋ ਰਹੀ ਹੈ, ਪਰ ਵਿਚਾਰੇ ਜਿਹੜੇ ਆਪਣੇ ਭਾਂਡੇ ਸਿੱਧੇ ਨਹੀਂ ਰੱਖ ਸਕਦੇ ਉਹਨਾਂ ਦਾ ਅੰਮ੍ਰਿਤ ਤਿਲਕ ਜਾਂਦਾ ਹੈ, ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਜਿਨ੍ਹਾਂ ਨੇ ਆਪਣੀ ਹਉਮੈ ਬਾਹਰ ਕੱਢ ਦਿੱਤੀ ਉਹਨਾਂ ਦੀਆਂ ਗਾਗਰਾਂ ਭਰ ਜਾਂਦੀਆਂ ਹਨ। ਸਿੱਧੀਆਂ ਗਾਗਰਾਂ ਵਾਲੇ, ਸਿੱਧੇ ਹਿਰਦੇ ਵਾਲੇ, ਹਉਮੈ ਰਹਿਤ ਪ੍ਰਾਣੀ ਅੰਮ੍ਰਿਤ ਪਾ ਲੈਂਦੇ ਹਨ। ਪ੍ਰਭੂ ਕਿਸੇ ਨਾਲ ਦਵੈਤ ਨਹੀਂ ਕਰਦਾ, ਕਿਸੇ ਨੂੰ ਸਜ਼ਾ ਨਹੀਂ ਦਿੰਦਾ, ਬਖਸ਼ਣ ਯੋਗ ਹੈ, ਬਸ ਕਿਰਪਾ ਹੀ ਕਰਦਾ ਹੈ। ਪਰ ਪ੍ਰਾਣੀ ਮਾਇਆ ਦੇ ਚੱਕਰ ਦੇ ਵਿੱਚ ਆਪਣੇ ਆਪ ਨੂੰ ਬਲਵਾਨ ਸਮਝ ਬੈਠਦਾ ਹੈ, ਆਪਣੇ ਆਪ ਨੂੰ ਸਭ ਕੁਝ ਕਰਨ ਦੇ ਸਮਰੱਥ ਮੰਨ ਲੈਂਦਾ ਹੈ, ਆਪਣੀ ਅਕਲ ਨੂੰ ਪੂਜਦਾ ਹੈ। ਫਿਰ ਬੱਕੜੀ ਵਾਂਗੂ ਆਪਣੇ ਬੁੜੇ ਜਾਲ ਦੇ ਵਿੱਚ ਫਸ ਜਾਂਦਾ ਹੈ, ਸੱਚ ਨੂੰ ਠੁਕਰਾ ਦਿੰਦਾ ਹੈ, ਝੂਠ ਨੂੰ ਪਾ ਲੈਂਦਾ ਹੈ, ਝੂਠ ਹੋਰ ਫਸਾਈ ਜਾਂਦਾ ਹੈ, ਮਾਇਆ ਦੀਆਂ ਇੰਟੈਂਗਲਮੈਂਟ ਤਾੜਾਂ ਤੜੀ ਜਾਂਦੀਆਂ ਹਨ, ਨਿਕਲਣ ਦਾ ਕੋਈ ਰਾਹ ਬਚਦਾ ਹੀ ਨਹੀਂ। ਹਾਰ ਕੇ ਸਮਾਂ ਮੁੱਕ ਜਾਂਦਾ ਹੈ ਤੇ ਅਗਲੇ ਚੱਕਰ ਦੇ ਵਿੱਚ ਫਸ ਜਾਂਦਾ ਹੈ। ਇਹੀ ਗੇੜਾ ਕੋਲੂ ਦੇ ਬਲਦ ਵਾਂਗੂ ਦੁਆਰਾ ਲਗਾਈ ਜਾਂਦਾ ਹੈ। ਹਉਮੈ ਉਹਦੇ ਵਿੱਚ ਦੀਵਾਰ ਪ੍ਰਭੂ ਦਾ ਮਿਲਾਪ ਨਹੀਂ ਹੋਣ ਦਿੰਦੀ। ਹਰ ਕਿਸੇ ਨੂੰ ਹੱਕ ਹੈ, ਹਰ ਕਿਸੇ ਨੂੰ ਇੱਕੋ ਜਿੰਨਾ ਪਿਆਰ ਕਰਦਾ ਹੈ ਦਾਤਾ, ਪਰ ਕਈ ਅਵੇਸਲੇ ਰਹਿ ਜਾਂਦੇ ਹਨ। ਧੰਨ ਗੁਰੂ ਅਰਜਨ ਦੇਵ ਜੀ ਬਹੁਤ ਹੀ ਚੰਗੇ ਤਰੀਕੇ ਨਾਲ ਸਮਝਾ ਰਹੇ ਹਨ ਕਿ ਪ੍ਰਾਣੀ ਤੇਰਾ ਲੱਗਦਾ ਕੁਝ ਵੀ ਨਹੀਂ ਹੈ, ਸਮਾਂ ਵੀ ਉਹਦਾ ਹੈ, ਤੇਰਾ ਸਰੀਰ ਵੀ ਉਹਦਾ ਹੈ, ਸਾਰਾ ਕੁਝ ਹੈ ਹੀ ਉਹਦਾ, ਤੇਰਾ ਕੁਝ ਵੀ ਨਹੀਂ ਹੈ। ਤੇਰੀ ਕੋਈ ਕੋਸਟ, ਤੇਰੀ ਕੋਈ ਕੀਮਤ ਵੀ ਨਹੀਂ ਲੱਗਦੀ, ਸਿਰਫ ਝੁਕਣ ਦੀ ਲੋੜ ਹੈ, ਸਿਰਫ ਤੇ ਸਿਰਫ ਆਪਣੇ ਆਪ ਨੂੰ ਮਾਰਨ ਦੀ ਲੋੜ ਹੈ। ਬਾਕੀ ਸਾਰਾ ਕੁਝ ਉਹ ਸਿਖਾ ਦਿੰਦਾ ਹੈ, ਬਾਲ ਦੀ ਤਰ੍ਹਾਂ ਸਮਝਾ ਦਿੰਦਾ ਹੈ, ਬੋਲਣਾ ਵੀ ਸਿਖਾ ਦਿੰਦਾ ਹੈ, ਗੀਤ ਗਾਉਣਾ ਦੱਸ ਦਿੰਦਾ ਹੈ। ਉਹ ਮਹਾਨ ਹੈ, ਉਹ ਕਦੇ ਵੀ ਗੁੱਸਾ ਨਹੀਂ ਕਰਦਾ, ਪਿਆਰ ਹੀ ਕਰਦਾ ਹੈ, ਬਖਸ਼ਣ ਯੋਗ। ਉਹਦਾ ਕਰਤੱਵਯ ਸੁੱਖ ਦੇਣ ਦਾ ਹੈ, ਹਮੇਸ਼ਾ ਹੀ ਸੁੱਖ ਦੇਣ ਦਾ, ਪਿਆਰ ਕਰਨ ਦਾ।
ਦਰਅਸਲ ਪ੍ਰੇਮ ਤੇ ਪ੍ਰਭੂ ਦੇ ਵਿੱਚ ਕੋਈ ਭੇਦ ਨਹੀਂ ਹੈ। ਉਹਦੀ ਸ੍ਰਿਸ਼ਟੀ ਤੇ ਉਹਦੇ ਵਿੱਚ ਕੋਈ ਭੇਦ ਨਹੀਂ ਹੈ। ਸੱਚ ਨਾਉ ਹੈ, ਸੱਚਾ ਆਪ ਹੈ। ਭਗਤ ਦੇ ਪ੍ਰਭੂ ਦੇ ਵਿੱਚ ਕੋਈ ਭੇਦ ਨਹੀਂ ਹੈ। ਜਦੋਂ ਭਗਤ ਸੱਚਾ ਬਣ ਜਾਂਦਾ ਹੈ, ਪੂਰਨ ਸੱਚਾ, ਸੱਚ ਸੱਚ ਦੇ ਨਾਲ ਮਿਲ ਜਾਂਦਾ ਹੈ। ਪਤਾ ਵੀ ਨਹੀਂ ਚੱਲਦਾ ਕਿ ਭਗਤ ਕੌਣ ਹੈ, ਪਰਮੇਸ਼ਰ ਕੌਣ ਹੈ। ਦੋਨੇ ਇੱਕੋ ਜਿਹੇ ਨਜ਼ਰ ਆਉਂਦੇ ਹਨ। ਭੋਰਾ ਜਿੰਨਾ ਰਤੀ ਜਿੰਨਾ ਫਰਕ ਨਹੀਂ ਰਹਿੰਦਾ। ਭੇਦ ਮੁੱਕ ਜਾਂਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਭੇਦ ਮੁੱਕਣ ਵਾਲੇ ਪ੍ਰਾਣੀਆਂ ਨੂੰ, ਉਹਨਾਂ ਸੇਵਕਾਂ ਨੂੰ, ਉਹਨਾਂ ਦਾਸਾਂ ਨੂੰ ਸਤਿਕਾਰ ਕਰਦੇ ਹੋਏ ਉਹਨਾਂ ਦੇ ਚਰਨਾਂ ਦੀ ਧੂੜ ਲੋੜੀ ਹੈ। ਸਾਰੇ ਹੀ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ, ਸਾਰੇ ਗੁਰੂ ਸਾਹਿਬਾਨ ਨੇ ਗੁਰੂ ਦਾ ਨਾਮ ਜਪਣੇ ਵਾਲਿਆਂ ਦਾ ਇੰਨਾ ਸਤਿਕਾਰ ਕੀਤਾ ਹੈ, ਇੰਨਾ ਉਹਨਾਂ ਦੀ ਸ਼ਲਾਘਾ ਕੀਤੀ ਹੈ ਕਿ ਜੇ ਉਹ ਪਿਆਰੇ ਮਿਲ ਜਾਣ, ਦਿਨ ਰਾਤ ਪੱਖਾ ਫੇਰਾਂ, ਉਹਨਾਂ ਦੀ ਟਹਿਲ ਸੇਵਾ ਕਰਾਂ, ਉਹਨਾਂ ਉੱਤੇ ਘੋਲ ਘੁਮਾ ਦੇਵਾਂ, ਆਪਣੇ ਆਪ ਨੂੰ ਬਲਹਾਰ ਕਰ ਦੇਵਾਂ। ਗੁਰੂ ਪਿਆਰਿਓ, ਇਸ ਜੀਵਨ ਦੇ ਵਿੱਚ ਪ੍ਰਾਣੀ ਹਮੇਸ਼ਾ ਇਹ ਕਹਿ ਕੇ ਟਲ ਜਾਂਦਾ ਹੈ ਕਿ ਸਮਾਂ ਨਹੀਂ ਹੈ। ਦੇਖਣ ਦੀ ਲੋੜ ਹੈ ਕਿ ਸਾਡੇ ਸਮੇਂ ਵਿੱਚ ਕਿਹੜੀ ਪ੍ਰਾਇਓਰਟੀ ਹੈ। ਅਸੀਂ ਕਿਹੜਾ ਕੰਮ ਕਰਨਾ ਚਾਹੁੰਦੇ ਹਾਂ, ਕਿਹੜਾ ਨਹੀਂ ਕਰਨਾ ਚਾਹੁੰਦੇ। ਆਮ ਤੌਰ ਉੱਤੇ ਅਸੀਂ ਆਪਣੀਆਂ ਪ੍ਰਾਇਓਰਟੀਜ਼, ਆਪਣੇ ਪਹਿਲੇ ਨੰਬਰ ਉੱਤੇ ਕੰਮ ਕਰਨੇ ਵਾਲੇ, ਉਹਨਾਂ ਲਈ ਸਮਾਂ ਕੱਢ ਲੈਂਦੇ ਹਾਂ। ਪਰ ਪ੍ਰੀਤਮ ਦਾ ਨਾਮ ਯਾਦ ਕਰਨਾ, ਉਹਦੀ ਆਰਾਧਨਾ ਕਰਨੀ, ਉਹਦੇ ਲਈ 100 ਬਹਾਨਾ ਬਣਾ ਦਿੰਦੇ ਹਾਂ। ਇਹੀ ਉਹਦੀ ਕਿਰਪਾ, ਇੱਥੇ ਹੀ ਉਹਦੀ ਮਿਹਰ ਦੀ ਲੋੜ ਹੈ। ਕਿਉਂਕਿ ਪ੍ਰਾਣੀ ਭੁੱਲਣਹਾਰ ਹੈ। ਉਹਦੀ ਮਿਹਰ ਨਾਲ ਹੀ ਉਹ ਬਦਲ ਸਕਦਾ ਹੈ। ਸਿਰਫ ਤੇ ਸਿਰਫ ਮੰਗਣਾ ਹੈ ਉਹਦੀ ਕਿਰਪਾ, ਨਾਲ ਹੀ ਆਪ ਦੀ ਅਸਮਰਥਾ ਜ਼ਾਹਰ ਕਰਦੀ ਹੈ ਕਿ ਮੈਨੂੰ ਅਕਲ ਨਹੀਂ ਹੈ। ਸੱਚੇ ਪਾਤਸ਼ਾਹ ਮਿਹਰ ਕਰ, ਮੈਨੂੰ ਇਹ ਤੌਰ ਤਰੀਕਾ ਸਮਝਾ ਦੇ ਤੇਰੇ ਨਾਮ ਜਪਣ ਦਾ, ਮੇਰੇ ਉੱਤੇ ਮਿਹਰ ਦਾ ਮੀਂਹ ਪਾ ਦੇ, ਤੈਨੂੰ ਧਿਆਉਣ ਦਾ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਇੰਨਾ ਵੀ ਦਾਤਾ ਕਠੋਰ ਨਹੀਂ ਹੈ ਜਿਹੜਾ ਮਿਹਰ ਨਾ ਕਰੇ। ਉਹ ਤਾਂ ਹਮੇਸ਼ਾ ਹੀ ਉਡੀਕਦਾ ਹੈ ਆਪਣੇ ਪਿਆਰਿਆਂ ਨੂੰ। ਉਹਦੇ ਦਰਵਾਜ਼ੇ ਤਾਂ ਖੁੱਲ੍ਹੇ ਹੀ ਹਨ। ਜੇ ਭੁਲੱਕੜ ਹਨ, ਭੁੱਲਣ ਵਾਲੇ, ਤਾਂ ਉਹਦੇ ਪਿਆਰੇ ਹਨ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਅਖੀਰ ਦੇ ਵਿੱਚ ਮਿਹਰ ਕਰਦੇ ਹਨ। ਸਦ ਬਲਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸ਼ਾਦ ਐਸਾ ਪ੍ਰਭ ਜਪਨੇ। ਐਸਾ ਪ੍ਰਭੂ ਜੀ 'ਚ ਸਾਰੀਆਂ ਹੀ ਸਿਫਤਾਂ ਹਨ। ਉਹਦੀ ਮਿਹਰ ਦੇ ਨਾਲ, ਕਿਰਪਾ ਦੇ ਨਾਲ ਜਪਿਆ ਜਾ ਸਕਦਾ ਹੈ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।